ਇਹਦੇ ਹਾਲਾਤ ਇਹ ਬਣ ਚੁੱਕੇ ਆ ਤੇ ਕਿਉਂ ਬਣ ਚੁੱਕੇ ਆ ਜੀ? ਜੀ ਹਾਲਾਤ ਤਾਂ ਬਹੁਤ ਬੁਰੇ ਨੇ। ਇਹ ਹਾਲਾਤ ਸਿਰਫ ਸਾਰੇ ਨਸ਼ਾ ਕਰਕੇ ਆ, ਕਿਉਂਕਿ ਵੀਰੇ ਜੇ ਨਾ ਨਸ਼ਾ ਕਰਦੇ ਹੁੰਦੇ ਤੇ ਡੈਡ ਦੀ ਸੰਭਾਲ ਉਹਨਾਂ ਨੇ ਆਪੇ ਕਰ ਲੈਣੀ ਸੀ। ਤੋ ਟੈਨਸ਼ਨਾਂ ਨਾਲ ਜ਼ਿਆਦਾ ਬਿਮਾਰ ਹੋਏ ਕਿ ਵੀਰੇ ਇੰਨਾ ਕੁ ਨਸ਼ਾ ਕਰਦੇ, ਨਸ਼ਾ ਵੀ ਕਰਦੇ ਸੀ, ਚੋਰੀਆਂ ਕਰਦੇ ਸੀ, ਫਿਰ ਬਾਹਰੋਂ ਲੋਕੀ ਦੱਸਦੇ ਸੀ ਡੈਡੀ ਨੂੰ। ਦੱਸਿਆ ਦੋਨੋਂ ਕਿਡਨੀਆਂ ਡੈਮੇਜ ਆ, ਉਹਨਾਂ ਦੇ ਫੇਫੜਿਆਂ 'ਚ ਵੀ ਪਾਣੀ ਪੈ ਗਿਆ ਆ ਤੇ ਖੂਨ ਵੀ ਇੱਕਦਮ ਪਾਣੀ ਹੋਇਆ ਪਿਆ ਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਦੱਸਿਆ। ਅੰਮ੍ਰਿਤਸਰ ਜਦੋਂ ਅਸੀਂ ਆਏ ਤਾਂ ਉਹਨਾਂ ਨੇ 4-5 ਲੱਖ ਰੁਪਏ ਤੱਕ ਦੱਸਿਆ। ਇੰਨੇ ਸਾਡੇ ਕੋਲ ਪਹੁੰਚ ਹੈ ਨਹੀਂ ਕਿ ਅਸੀਂ ਡੈਡ ਦਾ ਇਲਾਜ ਕਰ ਸਕਦੇ, ਕਿਉਂਕਿ ਦੋਨੋਂ ਭਰਾ ਵੀ ਨਸ਼ਾ ਕਰਦੇ ਸੀ। ਚੋਰੀਆਂ ਕਰਕੇ ਉਹਨਾਂ ਨੇ ਘਰ ਦਾ ਸਮਾਨ ਵੀ ਹਰ ਇੱਕ ਚੀਜ਼ ਵੇਚ ਛੜੀ। ਕੋਈ ਚੀਜ਼ ਵੀ ਹੈ ਨਹੀਂ ਕਿ ਜਿਹੜੇ ਮੈਂ ਡੈਡ ਦੀ ਵੇਚ ਕੇ ਕੋਈ ਡੈਡ ਦਾ ਇਲਾਜ ਕਰ ਸਕਾਂ। ਸਾਹਮਣੇ ਕਮਰੇ ਨੇ, ਇਹਨਾਂ ਦੇ ਹਾਲਾਤ ਕਿਉਂ ਇਸ ਤਰੀਕੇ ਦੇ ਬਣੇ ਹੋਏ ਆ? ਕਿਉਂਕਿ ਕਮਰੇ ਤਾਂ ਹੈਗੇ ਨੇ ਪਰ ਛੱਤਾਂ ਹੀ ਨਹੀਂ। ਜ਼ਮੀਨ ਨੇ ਰਿੰਨਾਂ ਨਹੀਂ ਟੁੱਟੀਆਂ, ਕਿਉਂਕਿ ਮੇਰੇ ਭਰਾਵਾਂ ਨੇ ਉਹ ਗਾਡਰ ਜਿਹੜੇ ਹੁੰਦੇ ਆ ਉਹ ਵੀ ਵੇਚ ਛੜੇ। ਫਿਰ ਜਿਹੜੇ ਬਾਲੇ ਪਏ ਹੁੰਦੇ ਉਹ ਵੀ ਨਸ਼ੇ ਦੇ ਕਰਕੇ ਵੇਚ ਛੜੇ। ਬਸ ਨਸ਼ਾ ਪੂਰਾ ਹੋ ਜਾਏ ਕਿਸੇ ਤਰੀਕੇ ਨਾਲ। ਪਾਣੀ ਵਾਲੀ ਮੋਟਰ, ਫਿਰ ਜਾ ਕੇ ਸਾਡੀ ਸਰਕਾਰੀ ਫਲੈਸ਼ ਆਈ ਸੀ, ਉਹਦੀ ਸ਼ੀਟ ਵੀ ਮੇਰੇ ਭਰਾਵਾਂ ਨੇ ਵੇਚ ਛੱਡੀ। ਘਰ ਦੇ ਭਾਂਡੇ, ਗਰਮ ਕੱਪੜੇ, ਹਰ ਇੱਕ ਚੀਜ਼ ਘਰ ਦੀ ਵੇਚ ਛੱਡੀ। ਪਤਾ ਨਹੀਂ ਕਿੱਥੋਂ ਆ, ਪਰ ਮਾੜੀ ਸੰਗਤ ਵਿੱਚ ਪਿੰਡ 'ਚੋਂ ਮਿਲਦਾ ਨਸ਼ਾ ਹਰ ਇੱਕ ਜਗ੍ਹਾ ਤੋਂ। ਜਿੱਥੋਂ ਵੇਖਿਆ ਘਰ ਘਰ ਨਸ਼ਾ ਵਿਕਣ ਡਿਆ ਹੁੰਦਾ ਹੈ, ਕਿਉਂਕਿ ਨਾ ਘਰ ਦੇ ਆਟਾ ਆ, ਨਾ ਕਣਕਾਂ, ਨਾ ਕੁਛ ਵੀ। ਕਣਕ ਵੀ ਤਾਂ ਕਿ ਸਰਕਾਰੀ ਕਣਕ ਵੀ ਨਹੀਂ ਮਿਲਦੀ। ਜੇ 5 ਲੱਖ ਵਾਲਾ ਜਿਹੜਾ ਬੀਮਾ ਕਾਰਡ ਸੀ ਉਹ ਵੀ ਨਹੀਂ ਸਾਡਾ ਬਣਿਆ। ਆਪਾਂ ਇੱਥੇ ਸਰਪੰਚ ਨੂੰ ਵੀ ਗਿਆ, ਉਹਨਾਂ ਨੇ ਨਹੀਂ ਬਣਾਇਆ। 3 ਮਹੀਨੇ ਤੋਂ ਡੈਡੀ ਬਿਮਾਰ ਆ। ਉਹ ਪਿੰਡ ਵਾਲੇ ਆਉਂਦੇ ਰਹੇ, ਥੋੜ੍ਹੇ ਥੋੜ੍ਹੇ ਪੈਸੇ ਦਿੰਦੇ ਰਹੇ, ਸਾਡੀ ਮਦਦ ਵੀ ਕਰਦੇ ਰਹੇ, ਪਰ ਜਿਹੜੇ ਮੇਨ ਬੰਦੇ ਸੀ ਉਹਨਾਂ ਨੇ ਨਹੀਂ ਸਾਡੀ ਮਦਦ ਕੀਤੀ। ਹੋਈ ਨੂੰ ਤੇ ਉਸ ਤੋਂ ਬਾਅਦ ਮੈਂ ਸੋਚਿਆ ਸੀ ਕਿ ਮੈਂ ਗਾੜੀ ਪੜ੍ਹੂੰਗੀ, ਪਰ ਘਰ ਦੀ ਗਰੀਬੀ ਇੰਨੀ ਸੀ, ਨਾਲੇ ਨਾ ਕੋਈ ਪੈਸਾ ਸੀ, ਤੇ ਜਿਨ੍ਹਾਂ ਨੇ ਮੈਨੂੰ ਪੜ੍ਹਾਉਣਾ ਸੀ ਅੱਗੇ ਉਹ ਖੁਦ ਹੀ ਬਿਮਾਰ ਪੈ ਗਏ, ਇਸ ਲਈ ਮੈਂ ਪੜ੍ਹਾਈ ਨਹੀਂ ਕੀਤੀ ਅੱਗੇ। ਜੇ ਗੱਲ ਕੀਤੀ ਜਾਵੇ ਕਿੰਨਾ ਕੁ ਇਲਾਜ ਦਾ ਖਰਚਾ ਦੱਸਿਆ ਵਾ ਇਹਨਾਂ ਦਾ ਡਾਕਟਰ? ਹਾਂਜੀ, ਇਲਾਜ ਦਾ ਖਰਚਾ ਤੇ 5-6 ਲੱਖ ਰੁਪਈਆ ਹੈ, ਕਿਉਂਕਿ ਇਹਨਾਂ ਦੇ ਫੇਫੜਿਆਂ 'ਚ ਵੀ ਪਾਣੀ ਪੈ ਗਿਆ ਹੈ। ਨਸ਼ਿਆਂ ਨੇ ਇਸ ਕਦਰ ਘਰਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ। ਉਸ ਦੀਆਂ ਤਾਜ਼ਾ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖਾਂਗੇ। ਹਾਲਾਤ ਇਹ ਬਣਾ ਦਿੰਦਾ ਹੈ ਨਸ਼ਾ ਕਿ ਪਰਿਵਾਰਾਂ ਦੇ ਪਰਿਵਾਰ, ਘਰਾਂ ਦੇ ਘਰ ਉੱਜੜਦੇ ਜਾਂਦੇ ਹਨ। ਗੱਲ ਕੀਤੀ ਜਾਵੇ ਬਟਾਲਾ ਦੇ ਨੇੜੇ ਪਿੰਡ ਚੌਧਰੀਵਾਲ ਦੀ, ਤਾਂ ਅਸੀਂ ਇਸ ਘਰ ਦੇ ਅੰਦਰ ਮੌਜੂਦ ਹਾਂ। ਇਹ ਰਫੀਕ ਦਾ ਘਰ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਘਰ ਦੇ ਕੀ ਹਾਲਾਤ ਬਣੇ ਹੋਏ ਹਨ। 2 ਕਮਰੇ ਹਨ ਤੇ ਦੋਵਾਂ ਕਮਰਿਆਂ ਦੀਆਂ ਛੱਤਾਂ ਨਹੀਂ ਹਨ। ਹਾਲਾਤ ਨਸ਼ੇ ਨੇ ਬਣਾ ਦਿੱਤੇ ਹਨ, ਕਿਉਂਕਿ ਰਫੀਕ ਜੋ ਖੁਦ ਕਿਡਨੀਆਂ ਫੇਲ ਹੋਣ ਦੇ ਕਾਰਨ ਮੰਜੇ ਉੱਤੇ ਪਏ ਹੋਏ ਹਨ। ਪਤਨੀ ਸਾਥ ਛੱਡ ਚੁੱਕੀ ਹੈ। 2 ਬੇਟੇ ਹਨ, ਦੋਵੇਂ ਹੀ ਨਸ਼ੇੜੀ ਹਨ। ਨਸ਼ੇ ਦੇ ਕਾਰਨ ਹੀ ਇਸ ਘਰ ਦੀ ਹਾਲਾਤ ਇਹ ਬਣੇ ਹੋਏ ਹਨ ਕਿ ਘਰ ਦਾ ਸਾਰਾ ਸਮਾਨ, ਘਰ ਦੀਆਂ ਛੱਤਾਂ ਤੱਕ ਦੇ ਗਾਡਰ, ਬਾਲੇ ਦੋਵੇਂ ਪੁੱਤਰਾਂ ਨੇ ਨਸ਼ੇ ਦੀ ਪੂਰਤੀ ਦੇ ਵਾਸਤੇ ਵੇਚ ਦਿੱਤੇ ਹਨ। ਬਾਪ ਬਿਮਾਰ ਪਿਆ ਹੈ। ਹਾਲਾਤ ਇਹ ਹਨ ਕਿ ਇਲਾਜ ਵਾਸਤੇ ਪੈਸੇ ਨਹੀਂ ਹਨ। 2 ਬੇਟੇ ਸਨ ਜਿਨ੍ਹਾਂ ਦੇ ਉੱਤੇ ਆਸ ਸੀ ਕਿ ਉਹ ਬਾਪ ਦਾ ਸਾਥ ਦੇਣਗੇ, ਪਰ ਨਸ਼ੇ ਨੇ ਉਹਨਾਂ ਦੋਨਾਂ ਬੇਟਿਆਂ ਦੀ ਜ਼ਿੰਦਗੀ ਤਾਂ ਖਰਾਬ ਕੀਤੀ ਹੀ, ਨਾਲ ਹੀ ਨਾਲ ਇਸ ਘਰ ਦੇ ਹਾਲਾਤ ਵੀ ਐਸੇ ਬਣਾ ਦਿੱਤੇ ਕਿ ਦੇਖ ਕੇ ਹੀ ਅੱਖਾਂ 'ਚੋਂ ਅੱਥਰੂ ਆ ਜਾਂਦੇ ਹਨ। ਗੱਲ ਕੀਤੀ ਜਾਵੇ ਤਾਂ ਨਸ਼ੇ ਨੇ ਘਰਾਂ ਦੇ ਘਰ ਉਜਾੜ ਦਿੱਤੇ, ਪਰ ਇਸ ਘਰ 'ਚ ਇੱਕ ਵਧੀਆ ਜੋ ਤੱਥ ਹੈ ਉਹ ਵੀ ਸਾਹਮਣੇ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ। ਇਸ ਘਰ ਦੇ ਵਿੱਚ ਇੱਕ ਧੀ ਵੀ ਹੈ ਜਿਸ ਦਾ ਨਾਮ ਮੀਨੂ ਹੈ। ਉਹ ਆਪਣੇ ਬਿਮਾਰ ਪਿਤਾ ਦੀ ਸੇਵਾ ਕਰਦੀ ਦਿਖਾਈ ਦੇ ਰਹੀ ਹੈ, ਅਰਦਾਸ ਕਰਦੀ ਦਿਖਾਈ ਦੇ ਰਹੀ ਹੈ ਕਿਸੇ ਤਰੀਕੇ ਨਾਲ ਬਾਪ ਦੀ ਜ਼ਿੰਦਗੀ ਬਚ ਜਾਵੇ। ਘਰ ਨੂੰ ਵੀ ਸਵਾਰਦੀ ਹੈ, ਪਰ ਜੇ ਗੱਲ ਕੀਤੀ ਜਾਵੇ ਨਸ਼ਾ, ਤਾਂ ਨਸ਼ੇ ਨੇ ਇਸ ਘਰ ਨੂੰ ਉਜਾੜ ਕੇ ਰੱਖ ਦਿੱਤਾ। ਦੂਸਰੇ ਪਾਸੇ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਿੰਦਾ। ਤੁਸੀਂ ਦੇਖ ਸਕਦੇ ਹੋ ਕਿ ਰਫੀਕ
ਮੰਜੇ ਦੇ ਉੱਤੇ ਪਏ ਹੋਏ ਹਨ, ਕਿਡਨੀਆਂ ਦੀ ਬਿਮਾਰੀ ਤੋਂ ਪੀੜਤ ਹਨ, ਇਲਾਜ ਵਾਸਤੇ ਪੈਸੇ ਨਹੀਂ ਸਨ, ਰਿਕਸ਼ਾ ਚਲਾ ਕੇ ਕਿਤੇ ਨਾ ਕਿਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ। ਪਰ ਇਸ ਬਿਮਾਰੀ ਨੇ ਉਹ ਵੀ ਕੰਮ ਖੋਹ ਲਿਆ, ਕਿਉਂਕਿ ਕੰਮ ਨਹੀਂ ਹੋ ਪਾਉਂਦਾ। ਬਿਮਾਰੀ ਦੇ ਕਾਰਨ ਕਮਜ਼ੋਰੀ ਆ ਚੁੱਕੀ ਹੈ ਸਰੀਰ 'ਚ, ਹੱਥ ਪੈਰ ਸੁੱਜ ਜਾਂਦੇ ਹਨ। ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਮੀਨੂ ਜੋ ਆਪਣੇ ਪਿਤਾ ਦੀ ਸੇਵਾ ਕਰਦੀ ਦਿਖਾਈ ਦੇ ਰਹੀ ਹੈ। ਇੱਥੋਂ ਤੱਕ ਕਿ ਪਿਤਾ ਦੇ ਨਹਾਉਣ ਤੋਂ ਲੈ ਕੇ ਕੱਪੜੇ ਪਾਉਣ ਤੱਕ, ਖਾਣ ਪੀਣ ਤੱਕ ਸਾਰਾ ਆਪ ਖੁਦ ਆਪਣੇ ਹੱਥੀਂ ਕਰਦੀ ਹੈ। ਜਿਹੜੀ ਇਹ ਸੇਵਾ ਪੁੱਤਰਾਂ ਨੂੰ ਆਪਣੇ ਮੋਢਿਆਂ 'ਤੇ ਚੁੱਕਣੀ ਚਾਹੀਦੀ ਸੀ, ਉਹ ਆਪਣੀ ਇਹ ਬੇਟੀ ਜਿਹੜੀ ਹੈ ਉਹ ਚੁੱਕਦੀ ਦਿਖਾਈ ਦੇ ਰਹੀ ਹੈ। ਦੂਸਰੇ ਪਾਸੇ ਤੁਹਾਨੂੰ ਦੂਸਰੇ ਕਮਰੇ ਵੀ ਦਿਖਾ ਦੇਣਾ ਚਾਹੁੰਦਾ ਹਾਂ ਕਿ ਇਹ ਇੱਕ ਇੱਧਰਲੀ ਸਾਈਡ 'ਤੇ ਕਮਰਾ ਜ਼ਰੂਰ ਹੈ ਜਿੱਥੇ ਇਹ ਰਫੀਕ ਆਪਣੀ ਧੀ ਦੇ ਨਾਲ ਰਹਿ ਰਹੇ ਹਨ, ਪਰ ਇਸ ਕਮਰੇ ਦੇ ਵੀ ਹਾਲਾਤ ਕੁਛ ਵਧੀਆ ਨਹੀਂ ਹਨ। ਦੂਸਰੇ ਪਾਸੇ ਇਹ ਵੀ ਕਮਰਾ ਹੈ, ਤੁਸੀਂ ਦੇਖ ਸਕਦੇ ਹੋ ਕਿ ਇਸ ਕਮਰੇ ਦੇ ਵੀ ਹਾਲਾਤ ਜਿਹੜੇ ਨੇ ਉਹ ਕੋਈ ਜ਼ਿਆਦਾ ਵਧੀਆ ਨਹੀਂ ਹਨ। ਗੱਲ ਕੀਤੀ ਜਾਵੇ ਤਾਂ ਅਗਰ 2 ਪੁੱਤ ਹੋਣ ਘਰ ਦੇ ਵਿੱਚ ਤਾਂ ਉਹ ਵੀ ਬਾਪ ਦਾ ਸਾਥ ਨਾ ਦੇਣ ਅਤੇ ਨਸ਼ੇ ਦੀ ਪੂਰਤੀ ਵਾਸਤੇ ਘਰ ਦਾ ਸਮਾਨ ਹੀ ਵੇਚੀ ਜਾਣ ਤਾਂ ਇਸ ਘਰ ਦੇ ਹਾਲਾਤ ਕੀ ਹੋਣਗੇ, ਸਹਿਜੇ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਚੱਲ ਕੇ ਸਭ ਤੋਂ ਪਹਿਲਾਂ ਮੀਨੂ ਨਾਲ ਗੱਲ ਕਰ ਲੈਂਦੇ ਹਾਂ, ਕਿਉਂਕਿ ਬਾਪ ਦੀ ਹਰ ਜਗ੍ਹਾ 'ਤੇ ਮਦਦ ਕਰਦੀ ਦਿਖਾਈ ਦੇ ਰਹੀ ਹੈ। ਮੀਨੂ ਨਾਲ ਵੀ ਗੱਲ ਕਰ ਲੈਂਦੇ। ਮੀਨੂ, ਕਿਸ ਤਰੀਕੇ ਦੇ ਹਾਲਾਤ ਇਹ ਬਣ ਚੁੱਕੇ ਆ ਤੇ ਕਿਉਂ ਬਣ ਚੁੱਕੇ ਆ? ਹਾਂਜੀ, ਹਾਲਾਤ ਤੇ ਬਹੁਤ ਬੁਰੇ ਨੇ। ਇਹ ਹਾਲਾਤ ਸਿਰਫ ਸਾਰੇ ਨਸ਼ਾ ਕਰਕੇ ਆ, ਕਿਉਂਕਿ ਵੀਰੇ ਜੇ ਨਾ ਨਸ਼ਾ ਕਰਦੇ ਹੁੰਦੇ ਤੇ ਡੈਡੀ ਦੀ ਸੰਭਾਲ ਉਹਨਾਂ ਨੇ ਆਪੇ ਕਰ ਲੈਣੀ ਸੀ। ਕਿਉਂਕਿ ਡੈਡੀ ਪਹਿਲਾਂ ਜਦੋਂ ਬਿਮਾਰ ਰਹਿੰਦੇ ਰਹੇ ਤਾਂ ਉਹ ਟੈਨਸ਼ਨਾਂ ਨਾਲ ਜ਼ਿਆਦਾ ਬਿਮਾਰ ਹੋਏ, ਕਿਉਂਕਿ ਵੀਰੇ ਇੰਨਾ ਕੁ ਨਸ਼ਾ ਵੀ ਕਰਦੇ ਸੀ, ਚੋਰੀਆਂ ਕਰਦੇ ਸੀ। ਫਿਰ ਬਾਹਰੋਂ ਲੋਕੀ ਦੱਸਦੇ ਸੀ ਡੈਡੀ ਨੂੰ ਵੀ ਤੁਹਾਡੇ ਮੁੰਡੇ ਇੱਦਾਂ ਕਰਦੇ ਆ, ਕਿ ਇੱਥੋਂ ਚੋਰੀ ਕੀਤੀ ਆ, ਇੱਥੋਂ ਚੋਰੀ ਕੀਤੀ ਆ। ਫਿਰ ਉਹ ਬੰਦੇ ਦੇ ਬੋਝ ਤੇ ਰਹਿੰਦਾ ਨਾ ਮਨ 'ਤੇ ਕਿ ਮੇਰੇ ਮੁੰਡੇ ਇੱਦਾਂ ਡੇ ਕਰਨ। ਅਤੇ ਫਿਰ ਉਸ ਤੋਂ ਬਾਅਦ ਡੈਡੀ ਜਦੋਂ ਬਿਮਾਰ ਹੋਏ, ਥੋੜ੍ਹੇ ਬਹੁਤੇ ਟੈਸਟ ਕਰਾਏ ਅਤੇ ਉਹ ਯੂਰੀਆ ਵਧੀਆ ਆਇਆ। ਅਤੇ ਜਦੋਂ ਯੂਰੀਆ ਦੀ ਦਵਾਈ ਖਾਂਦੇ ਰਹੇ, ਫਿਰ ਇੱਕਦਮ ਸੋਜ ਪੈ ਗਈ ਮੂੰਹ 'ਤੇ, ਸਾਰਾ ਪੇਟ ਵੀ ਫੁੱਲ ਗਿਆ, ਰੋਟੀ ਵੀ ਖਾਣੀ ਬੰਦ ਕਰਤੀ ਜਾਂਦੇ। ਫਿਰ ਅਸੀਂ ਵੱਡੇ ਹੋਸਪਿਟਲ 'ਚ ਖੜਿਆ, ਹੋਸਪਿਟਲ ਬਿਆਸ ਖੜਿਆ। ਬਿਆਸੋਂ ਟੈਸਟ ਹੋਏ ਅਤੇ ਉਹ ਸਵੇਰੇ ਪਹਿਲਾਂ ਇੱਕ ਦਿਨ ਖੜਿਆ, ਉਦੋਂ ਉਹਨਾਂ ਨੇ ਕਹਿ ਤਾ ਵੀ ਅਗਲੇ ਦਿਨ ਆਇਓ। ਫਿਰ ਗਏ, ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਟੈਸਟ ਹੋਏ, ਦੱਸਿਆ ਦੋਨੋਂ ਕਿਡਨੀਆਂ ਡੈਮੇਜ ਆ, ਉਹਨਾਂ ਦੇ ਫੇਫੜਿਆਂ 'ਚ ਵੀ ਪਾਣੀ ਪੈ ਗਿਆ ਆ ਅਤੇ ਖੂਨ ਵੀ ਇੱਕਦਮ ਪਾਣੀ ਹੋਇਆ ਪਿਆ ਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਦੱਸਿਆ। ਅੰਮ੍ਰਿਤਸਰ ਜਦੋਂ ਅਸੀਂ ਆਏ ਤਾਂ ਉਹਨਾਂ ਨੇ 4-5 ਲੱਖ ਰੁਪਏ ਤੱਕ ਦੱਸਿਆ, ਅਤੇ ਇੰਨੇ ਸਾਡੇ ਕੋਲ ਪਹੁੰਚ ਹੈ ਨਹੀਂ ਕਿ ਅਸੀਂ ਡੈਡੀ ਦਾ ਇਲਾਜ ਕਰ ਸਕਦੇ, ਕਿਉਂਕਿ ਦੋਨੋਂ ਭਰਾ ਵੀ ਨਸ਼ਾ ਕਰਦੇ ਸੀ। ਚੋਰੀਆਂ ਕਰਕੇ ਉਹਨਾਂ ਨੇ ਘਰ ਦਾ ਸਮਾਨ ਵੀ, ਹਰ ਇੱਕ ਚੀਜ਼ ਵੇਚ ਛੜੀ, ਅਤੇ ਕੋਈ ਚੀਜ਼ ਵੀ ਹੈ ਨਹੀਂ ਕਿ ਜਿਹੜੇ ਮੈਂ ਡੈਡੀ ਦੀ ਵੇਚ ਕੇ ਕੋਈ ਡੈਡੀ ਦਾ ਇਲਾਜ ਕਰ ਸਕਾਂ। ਜਿਹੜੇ ਸਾਹਮਣੇ ਕਮਰੇ ਨੇ, ਇਹਨਾਂ ਦੇ ਹਾਲਾਤ ਕਿਉਂ ਇਸ ਤਰੀਕੇ ਦੇ ਬਣੇ ਹੋਏ ਆ? ਕਿਉਂਕਿ ਕਮਰੇ ਤਾਂ ਹੈਗੇ ਨੇ ਪਰ ਛੱਤਾਂ ਹੀ ਨਹੀਂ ਹਨ। ਹਾਂਜੀ, ਛੱਤਾਂ ਇਹ ਕਿਸੇ ਮੀਂਹ ਹਨੇਰੀ ਨਾਲ ਨਹੀਂ ਟੁੱਟੀਆਂ, ਕਿ ਮੇਰੇ ਭਰਾਵਾਂ ਨੇ ਉਹ ਗਾਡਰ ਜਿਹੜੇ ਹੁੰਦੇ ਆ ਉਹ ਵੀ ਵੇਚ ਛੜੇ। ਫਿਰ ਜਿਹੜੇ ਬਾਲੇ ਪਏ ਹੁੰਦੇ ਉਹ ਵੀ ਨਸ਼ੇ ਦੇ ਕਰਕੇ ਵੇਚ ਛੜੇ। ਫਿਰ ਉਹਨਾਂ ਦੇ ਬਸ ਨਸ਼ਾ ਪੂਰਾ ਹੋ ਜਾਏ ਕਿਸੇ ਤਰੀਕੇ ਨਾਲ। ਪਾਣੀ ਵਾਲੀ ਮੋਟਰ, ਇਸ ਕਰਕੇ ਸਾਡੀ ਸਰਕਾਰੀ ਫਲੈਸ਼ ਆਈ ਸੀ, ਉਹਦੀ ਸ਼ੀਟ ਵੀ ਮੇਰੇ ਭਰਾਵਾਂ ਨੇ ਵੇਚ ਛੜੀ। ਘਰ ਦੇ ਭਾਂਡੇ, ਗਰਮ ਕੱਪੜੇ, ਹਰ ਇੱਕ ਚੀਜ਼ ਘਰ ਦੀ ਵੇਚ ਛੜੀ। ਇਹ ਨਸ਼ੇ ਦੀ ਆਦਤ ਕਿੱਥੋਂ ਪੈ ਗਈ ਇਹਨਾਂ ਨੂੰ? ਹਾਂਜੀ, ਪਤਾ ਤਾਂ ਪਈ ਨਹੀਂ, ਪਤਾ ਨਹੀਂ ਕਿੱਥੋਂ ਆ, ਪਰ ਇਹ ਮਾੜੀ ਸੰਗਤ ਵਿੱਚ ਪਿੰਡ 'ਚੋਂ ਮਿਲਦਾ ਨਸ਼ਾ ਹਰ ਇੱਕ ਜਗ੍ਹਾ ਤੋਂ, ਜਿੱਥੋਂ ਵੇਖਿਆ ਘਰ ਘਰ ਨਸ਼ਾ ਵਿਕਣ ਡਿਆ ਹੁੰਦਾ ਆ। ਤੁਸੀਂ ਦੋਨਾਂ ਭਰਾਵਾਂ ਤੋਂ ਵੱਡੇ ਹੋ ਕਿ ਛੋਟੇ ਹੋ? ਨਹੀਂ, ਮੈਂ ਦੋਨਾਂ ਭਰਾਵਾਂ ਤੋਂ ਛੋਟੀ ਹਾਂ, ਅਤੇ ਜਿਹੜਾ ਵੱਡੇ ਭਰਾ ਤੋਂ ਛੋਟਾ ਆ ਉਹ ਚੋਰੀ ਦੇ ਇਲਜ਼ਾਮ 'ਚ ਜੇਲ੍ਹ 'ਚ ਆ, ਅਤੇ ਵੱਡਾ ਭਰਾ ਵੀ ਇੱਦਾਂ ਨਸ਼ੇ ਨੁਸ਼ੇ ਕਰਦਾ ਆ ਅਤੇ ਉਹ ਬਾਹਰ ਹੋਣਾ ਇਸ ਟਾਈਮ। ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਘਰ ਦੇ ਸਾਰਾ ਉਹਨਾਂ ਨੇ ਸਮਾਨ ਵੀ ਵੇਚ ਦਿੱਤਾ, ਇੱਥੋਂ ਤੱਕ ਕਿ ਛੱਤਾਂ ਦੀਆਂ ਗਾਡਰ ਵੀ ਲਾ ਕੇ ਵੇਚ ਦਿੱਤੇ, ਪਿਤਾ ਬਿਮਾਰ ਹਨ, ਤਾਂ ਫਿਰ ਹੁਣ ਉਹ ਕਿੱਦਾਂ ਆਪਣੀ ਨਸ਼ੇ ਦੀ ਪੂਰਤੀ ਕਰ ਰਹੇ? ਨਸ਼ੇ ਦੀ ਪੂਰਤੀ ਇੱਦਾਂ ਹੀ, ਪਤਾ ਨਹੀਂ ਉਹ ਕਿੱਦਾਂ ਕਰਦੇ ਹੋਣੇ। ਫਿਰ ਵੀ ਉਹ ਕੁਛ ਨਾ ਕੁਛ ਕਰਦੇ ਹੀ ਹੋਣਗੇ, ਕਿ ਘਰੋਂ ਤਾਂ ਹੈ ਨਹੀਂ ਕੁਛ ਵੀ ਘਰੋਂ ਹੀ ਦੇ ਸਕੀਏ ਉਹਨਾਂ ਨੂੰ, ਨਾ ਹੀ ਕੋਈ ਇਹੋ ਜਿਹੀ ਚੀਜ਼ ਬਚੀ ਹੈ ਕਿ ਉਹ ਵੇਚ ਸਕਣ, ਕਿਉਂਕਿ ਨਾ ਘਰ ਦੇ ਆਟਾ ਆ, ਨਾ ਕਣਕ ਆ, ਨਾ ਕੁਛ ਵੀ। ਕਣਕ ਵੀ ਤਾਂ ਕਿ ਸਾਨੂੰ ਸਰਕਾਰੀ ਕਣਕ ਵੀ ਨਹੀਂ ਮਿਲਦੀ। ਜੇ 5 ਲੱਖ ਵਾਲਾ ਜਿਹੜਾ ਬੀਮਾ ਕਾਰਡ ਸੀ ਉਹ ਵੀ ਨਹੀਂ ਸਾਡਾ ਬਣਿਆ। ਆਪਾਂ ਇੱਥੇ ਸਰਪੰਚ ਨੂੰ ਵੀ ਗਿਆ, ਉਹਨਾਂ ਨੇ ਨਹੀਂ ਬਣਾਇਆ। ਇਹ ਨਹੀਂ ਕਿ ਪਿੰਡ ਵਾਲਿਆਂ ਨੇ ਮਦਦ ਨਹੀਂ ਕੀਤੀ, ਪਿੰਡ ਵਾਲਿਆਂ ਨੇ ਕਾਫੀ ਮਦਦ ਕੀਤੀ ਆ ਸਾਡੀ, ਕਿਉਂਕਿ 3 ਮਹੀਨੇ ਤੋਂ ਡੈਡੀ ਬਿਮਾਰ ਆ। ਉਹ ਪਿੰਡ ਵਾਲੇ ਆਉਂਦੇ ਰਹੇ, ਥੋੜ੍ਹੇ ਪੈਸੇ ਦਿੰਦੇ ਰਹੇ, ਸਾਡੀ ਮਦਦ ਵੀ ਕਰਦੇ ਰਹੇ, ਪਰ ਜਿਹੜੇ ਮੇਨ ਬੰਦੇ ਸੀ ਉਹਨਾਂ ਨੇ ਨਹੀਂ ਸਾਡੀ ਮਦਦ ਕੀਤੀ। ਹੁਣ ਜੇ ਗੱਲ ਕੀਤੀ ਜਾਵੇ ਤਾਂ ਪਿਤਾ ਨੂੰ ਵੀ ਸੰਭਾਲਣਾ, ਘਰ ਨੂੰ ਵੀ ਸੰਭਾਲਣਾ, ਖੁਦ ਪੜ੍ਹਦੇ ਹੋ ਤੁਸੀਂ ਕਿ ਕਿਸ ਤਰ੍ਹਾਂ? ਨਹੀਂ, ਮੇਰੀ +2 ਹੋ ਗਈ ਆ, 2 ਸਾਲ ਹੋ ਗਏ ਮੇਰੀ +2 ਹੋਈ ਨੂੰ, ਅਤੇ ਉਸ ਤੋਂ ਬਾਅਦ ਮੈਂ ਸੋਚਿਆ ਸੀ ਕਿ ਮੈਂ ਗਾੜੀ ਪੜ੍ਹੂੰਗੀ, ਪਰ ਘਰ ਦੀ ਗਰੀਬੀ ਇੰਨੀ ਸੀ, ਨਾਲੇ ਨਾ ਕੋਈ ਪੈਸਾ ਸੀ, ਅਤੇ ਜਿਨ੍ਹਾਂ ਨੇ ਮੈਨੂੰ ਪੜ੍ਹਾਉਣਾ ਸੀ ਅੱਗੇ ਉਹ ਖੁਦ ਹੀ ਬਿਮਾਰ ਪੈ ਗਏ, ਇਸ ਲਈ ਮੈਂ ਪੜ੍ਹਾਈ ਨਹੀਂ ਕੀਤੀ ਅੱਗੇ। ਅਤੇ ਹੁਣ ਫਿਰ ਪਿਤਾ ਦੀ ਸਾਂਭ ਸੰਭਾਲ ਖੁਦ ਕਰਦੇ ਹੋ ਆਪ? ਹਾਂਜੀ, ਮੈਂ ਖੁਦ ਹੀ ਡੈਡੀ ਨੂੰ ਨਵਾਉਣੀ ਧਵਾਉਂਦੀ ਆ, ਉਹਨਾਂ ਨੂੰ ਲੈਟਰਿੰਗ ਬਿਠਾਉਂਦੀ ਆ, ਉਹਨਾਂ ਦੀ ਲੈਟਰਿੰਗ ਧੋਂਦੀ ਵੀ ਆ, ਸਾਰੇ ਕੰਮ ਮੈਂ ਹੀ ਕਰਦੀ ਹਾਂ। ਡੈਡੀ ਥੋੜ੍ਹੀ ਜਿਹੀ ਸ਼ਰਮ ਕਰਦੇ ਆ, ਡੈਡੀ ਕਹਿੰਦੇ ਨਹੀਂ ਮੈਨੂੰ ਤੂੰ ਨਾ ਕਰਿਆ ਕਰ। ਮੈਂ ਕਹਿੰਦੀ ਕੋਈ ਨਹੀਂ ਡੈਡੀ, ਜੇ ਤੁਸੀਂ ਮੈਨੂੰ ਬਚਪਨ 'ਚ ਸਾਂਭਿਆ ਤਾਂ ਹੁਣ ਮੈਂ ਵੀ ਤੁਹਾਨੂੰ ਸਾਂਭ ਹੀ ਸਕਦੀ ਹਾਂ, ਹੈ ਨਾ, ਅਤੇ ਇਹ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ। ਜੀ ਬਿਲਕੁਲ, ਇਹ ਇੱਕ ਉਹਨਾਂ ਲੋਕਾਂ ਦੇ ਲਈ ਇਹ ਧੀ ਸਾਡੀ ਮਿਸਾਲ ਬੰਦੀ ਦਿਖਾਈ ਦੇ ਰਹੀ ਹੈ, ਜਿਹੜੇ ਲੋਕ ਆਪਣੇ ਮਾਂ-ਬਾਪ ਨੂੰ ਜਿਉਂਦੇ ਜੀ ਘਰੋਂ ਬਾਹਰ ਕੱਢ ਦਿੰਦੇ ਨੇ।
ਬੇਆਸਰਾ ਕਰ ਦਿੰਦੇ ਨੇ। ਪਰ ਇਹ ਧੀ ਚਾਹੇ ਜਿੰਨੀ ਮਰਜ਼ੀ ਗੁਰਬਤ ਹੈ ਇਸ ਵੇਲੇ, ਚਾਹੇ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਨੇ, ਪਰ ਆਪਣੇ ਬਿਮਾਰ ਪਿਤਾ ਨੂੰ ਸੰਭਾਲ ਰਹੀ ਹੈ। ਅਪੀਲ ਕਰ ਰਹੀ ਹੈ ਕਿ ਕਿਤੇ ਨਾ ਕਿਤੇ ਇਸ ਦੀ ਮਦਦ ਕੀਤੀ ਜਾਵੇ, ਇਸ ਦੇ ਪਿਤਾ ਦਾ ਇਲਾਜ ਕਰਾਉਣ ਦੇ ਵਿੱਚ ਮਦਦ ਕੀਤੀ ਜਾਵੇ। ਜੇ ਗੱਲ ਕੀਤੀ ਜਾਵੇ ਕਿੰਨਾ ਕੁ ਇਲਾਜ ਦਾ ਖਰਚਾ ਦੱਸਿਆ ਵਾ ਇਹਨਾਂ ਦਾ ਡਾਕਟਰ ਨੇ? ਹਾਂਜੀ, ਇਲਾਜ ਦਾ ਖਰਚਾ ਤੇ 5-6 ਲੱਖ ਰੁਪਈਆ ਹੈ, ਕਿਉਂਕਿ ਇਹਨਾਂ ਦੇ ਫੇਫੜਿਆਂ 'ਚ ਵੀ ਪਾਣੀ ਪੈ ਗਿਆ ਹੈ, ਖੂਨ ਦੀ ਕਮੀ ਵੀ ਹੈ। ਕਿਉਂਕਿ ਜਦੋਂ ਉਹਨਾਂ ਨੇ ਬਿਆਸ ਵਾਲਿਆਂ ਨੂੰ ਖੂਨ ਕੱਢਦੇ ਸੀ ਨਾ, ਉਹਨਾਂ ਨੇ 5-6 ਵਾਰੀ ਉਹਨਾਂ ਨੇ ਸਿਰਿੰਜ ਲਾਈ, ਮੱਕੀ ਸੂਈ ਲਾਈ, ਤੇ ਉਹ ਖੂਨ ਨਿਕਲਦਾ ਨਹੀਂ। ਫਿਰ ਲਾਸਟ ਟਾਈਮ ਜਦੋਂ ਖੂਨ ਨਿਕਲਿਆ, ਉਹ ਖੂਨ ਇਸ ਤਰ੍ਹਾਂ ਜੰਮਿਆ ਜਿੱਦਾਂ ਇੱਕ ਦਹੀਂ ਹੁੰਦਾ ਨਾ, ਦਹੀਂ ਵਾਂਗ ਜੰਮਿਆ ਸੀ। ਤੇ ਉਹਨਾਂ ਨੇ ਫਿਰ ਕਿਹਾ ਸੀ ਕਿ ਨਹੀਂ, ਖੂਨ ਦੀ ਬਹੁਤ ਜ਼ਿਆਦਾ ਕਮੀ ਆ, ਜਿਨ੍ਹਾਂ ਕਰਕੇ ਇਹਨਾਂ ਦੇ ਸਾਰਾ ਸਰੀਰ ਵਿੱਚ ਜਿਆ ਆ ਕਿ ਸਾਰੇ ਸੋਜ ਪਈ ਆ। ਹੁਣ ਫਿਰ ਦਵਾਈ ਦਾ ਇਹਨਾਂ ਦਾ ਕਿੱਥੋਂ ਖਰਚਾ ਚੱਲ ਰਿਹਾ ਸਾਰਾ? ਦਵਾਈ ਦਾ ਖਰਚਾ ਮੈਂ ਕਿੱਦਾਂ ਥੋੜ੍ਹੀ ਬਹੁਤੀ ਪਿੰਡ ਵਾਲੇ ਹੈਲਪ ਕਰਦੇ ਆ। ਮੈਂ ਤੁਹਾਨੂੰ ਦੱਸਿਆ ਨਾ ਹੁਣੇ ਕਿ ਪਿੰਡ ਵਾਲਿਆਂ ਨੇ ਬਹੁਤ ਹੈਲਪ ਕੀਤੀ ਆ ਸਾਡੀ। ਪਿੰਡ ਵਾਲੇ ਸਾਡੇ ਸਾਰੇ ਹੈਲਪ ਕਰਦੇ ਆ, ਉਹਨਾਂ ਨੇ ਥੋੜ੍ਹੇ ਪੈਸੇ ਸਾਰੇ ਦਿੰਦੇ ਆ। ਫਿਰ ਉਹ ਪੈਸੇ ਲੈ ਕੇ ਮੈਂ ਆਟੋ ਕਰਾਉਂਦੀ ਆ। ਧਾਰੀਵਾਲ ਪਿੰਡ ਆ ਕਿ ਤੀਜਾ ਨਗਰ, ਡਾਕਟਰ ਯੂਸਫ, ਮੈਂ ਉਹਨਾਂ ਕੋਲੋਂ ਦਵਾਈ ਲੈਂਦੀ ਆ। 500 ਰੁਪਏ ਦੀ ਦਵਾਈ ਆਉਂਦੀ ਆ, ਆਯੁਰਵੇਦ ਦਵਾਈ, ਉਹ ਦਿੰਦੀ ਆ। ਉਹਨਾਂ ਨੇ ਕਿਹਾ ਕਿ ਹਾਂ ਇਹਦੇ ਨਾਲ ਸੋਜ ਜ਼ਰੂਰ ਲੱਥੂਗੀ, ਪਰ ਪਰਮਾਨੈਂਟ ਇਲਾਜ ਨਹੀਂ ਹੋ ਸਕਦਾ। ਜੇ ਦੇਖਿਆ ਜਾਵੇ ਤਾਂ ਭੈਣਾਂ ਜਿਹੜੀਆਂ ਹੁੰਦੀਆਂ ਨੇ ਤਕਰੀਬਨ ਭਰਾਵਾਂ ਦੇ ਲਈ ਅਰਦਾਸਾਂ ਕਰਦੀਆਂ ਨੇ, ਚਾਹੇ ਉਹ ਵਿਆਹੀਆਂ ਜਾਂ ਤਾਂ ਵੀ ਭਰਾਵਾਂ ਦੀ ਸੁੱਖ ਮੰਗਦੀਆਂ ਨੇ। ਪਰ ਜਿਸ ਤਰੀਕੇ ਤੁਸੀਂ ਆਪਣੇ ਭਰਾਵਾਂ ਦੇ ਹਾਲਾਤ ਦੱਸੇ ਜਾਂ ਜਿਸ ਤਰੀਕੇ ਤੁਸੀਂ ਘਰ ਨੂੰ ਸੰਭਾਲ ਰਹੇ ਹੋ, ਫਿਰ ਆਪਣੇ ਭਰਾਵਾਂ ਵੱਲ ਦੇਖ ਕੇ ਤੁਹਾਡੇ ਮਨ 'ਚ ਕੀ ਆਉਂਦਾ? ਹਾਂਜੀ, ਮੈਂ ਕੁਛ ਬੁਰਾ ਤਾਂ ਨਹੀਂ ਮੰਗਦੀ, ਬਸ ਅਰਦਾਸ ਕਰਦੀ ਵਾਹਿਗੁਰੂ ਬਸ ਉਹ ਨਸ਼ੇ ਤੋਂ ਹਟ ਜਾਣ ਅਤੇ ਆਪਣੀ ਜ਼ਿੰਦਗੀ 'ਚ ਅੱਗੇ ਵਧਣ। ਕਿਉਂਕਿ ਜਿੱਦਾਂ ਮਰਜ਼ੀ ਆ, ਚਲੋ ਮੈਂ ਕਹਿੰਦੀ ਨਹੀਂ ਕਿ ਮੈਂ ਇੱਥੇ ਰਹਿਣਾ ਹੈ, ਪਰ ਮੈਂ ਵੀ ਕੱਲ੍ਹ ਨੂੰ ਚੱਲ ਜਾਣਾ ਆਪਣੇ ਘਰ ਵਿਆਹ ਕੇ। ਫਿਰ ਉਹਨਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਣਾ ਹੈ। ਅਤੇ ਉਹਨਾਂ ਨੂੰ ਕਹਿ ਨਹੀਂ ਸਕੋ ਤੁਸੀਂ ਨਸ਼ੇ ਕਰਨੋਂ ਹਟੋ। ਨਾ ਮੈਂ ਕਦੀ ਉਹਨਾਂ ਨੇ ਕਦੀ ਬੁਰਾ ਮੰਗਿਆ ਅਤੇ ਨਾ ਮੈਂ ਹਾਲੇ ਤੱਕ ਮੰਗਦੀ ਹਾਂ। ਜੇ ਗੱਲ ਕੀਤੀ ਜਾਵੇ ਤਾਂ ਹੁਣ ਇਸ ਵੇਲੇ ਘਰ ਦਾ ਜਿਹੜਾ ਖਰਚਾ, ਘਰ ਦਾ ਰਾਸ਼ਨ ਪਾਣੀ ਜਾਂ ਦੂਸਰਾ ਸਮਾਨ, ਉਹਦਾ ਫਿਰ ਕਿਸ ਤਰ੍ਹਾਂ ਚੱਲ ਰਿਹਾ ਤੁਹਾਡਾ? ਹਾਂਜੀ, ਪਹਿਲਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਘਰੇ ਕਣਕ ਨਹੀਂ ਆਉਂਦੀ। ਮੈਂ ਆਟਾ ਇੱਦਾਂ ਲਾਗੋਂ ਲਿਆ ਕੇ ਫਿਰ ਰੋਟੀ ਬਣਾਉਂਦੀ ਹਾਂ। ਹੁਣ ਜਿੱਦਾਂ ਦੀ ਵੀਡੀਓ ਬਣੀ, ਇੱਕ ਸੰਸਥਾ ਵਾਲੇ ਉਹਨਾਂ ਨੇ ਮੈਨੂੰ ਥੋੜ੍ਹਾ ਬਹੁਤਾ ਸੌਦਾ ਲਿਆ ਕੇ ਦਿੱਤਾ ਆ, ਉੱਥੋਂ ਹੀ ਚੱਲਣ ਡਿਆ ਖਰਚਾ ਪਾਣੀ। ਅਤੇ ਬਾਕੀ ਜਿਹੜਾ ਛੋਟਾ ਮੋਟਾ ਖਰਚਾ ਆ ਉਹ ਇੱਦਾਂ ਹੀ ਕੋਈ ਨਾ ਕੋਈ ਪੈਸੇ ਦੇ ਦਿੰਦਾ ਆ, ਉੱਥੋਂ ਚੱਲਦਾ ਆ। ਕੋਈ ਸਰਕਾਰੀ ਤੌਰ 'ਤੇ ਨਹੀਂ ਕੋਈ ਮਦਦ ਹੋਈ, ਜਾਂ ਫਿਰ ਸਰਕਾਰੀ ਤੌਰ 'ਤੇ ਕੋਈ ਸਰਕਾਰ ਦਾ ਨੁਮਾਇੰਦਾ? ਕਿਉਂਕਿ ਵੱਡੀਆਂ ਸਕੀਮਾਂ ਲਾਗੂ ਹੁੰਦੀਆਂ ਨੇ, ਫ੍ਰੀ ਇਲਾਜ ਦੇ ਬਾਰੇ ਕਿਹਾ ਜਾਂਦਾ ਹੈ, ਫ੍ਰੀ ਰਾਸ਼ਨ ਦੇ ਬਾਰੇ ਕਿਹਾ ਜਾਂਦਾ ਹੈ, ਜਾਂ ਫਿਰ ਹੋਰ ਜਿਹੜੀਆਂ ਸੁਵਿਧਾਵਾਂ ਨੇ ਤੁਹਾਡੇ ਵਰਗੇ ਪਰਿਵਾਰਾਂ ਨੂੰ ਦਿੱਤੀਆਂ ਜਾਂਦੀਆਂ ਨੇ, ਉਹ ਸੁਵਿਧਾਵਾਂ ਤੁਹਾਡੇ ਤੱਕ ਨਹੀਂ ਪਹੁੰਚੀਆਂ ਕੋਈ? ਹਾਂਜੀ, ਬਿਲਕੁਲ ਨਹੀਂ, ਕੋਈ ਸੁਵਿਧਾ ਨਹੀਂ ਪਹੁੰਚੀ ਮੇਰੇ ਤੱਕ। ਜੇ ਪਹੁੰਚੀ ਹੁੰਦੀ ਤਾਂ ਮੈਂ ਤਾਂ ਕਹਿਣਾ ਸੀ, ਪਰ ਨਹੀਂ ਕੋਈ ਆਈ ਸਰਕਾਰੀ ਸੁਵਿਧਾ, ਤਾਂ ਕੋਈ ਨਹੀਂ ਆਈ। ਨਾ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਕਿ ਨਾ ਕੋਈ ਸੁਵਿਧਾ, ਕਿ ਨਾ ਰਾਸ਼ਨ ਕਾਰਡ ਆ, ਨਾ ਬੀਮੇ ਦਾ ਕਾਰਡ ਬਣਿਆ। 3 ਮਹੀਨੇ ਹੋ ਗਏ ਡੈਡੀ ਬਿਮਾਰ ਨੇ। ਮੈਂ ਰਾਸ਼ਨ ਕਾਰਡ ਲਈ ਵੀ ਦਿੱਤੇ ਆ, ਆਧਾਰ ਕਾਰਡ ਦੀਆਂ ਕਾਪੀਆਂ ਜੋ ਮੰਗਿਆ ਉਹਨਾਂ ਨੇ, ਬੀਮੇ ਦੇ ਕਾਰਡ ਲਈ ਵੀ ਦਿੱਤੀਆਂ। ਕੋਈ ਹਾਲੇ ਤੱਕ ਰਿਪਲਾਈ ਆਇਆ ਨਹੀਂ ਕਿ ਸਾਨੂੰ ਕੁਛ ਬਣਾ ਕੇ ਨਹੀਂ ਦਿੱਤਾ। ਜੇ ਕੁਛ ਨਹੀਂ ਕਰ ਸਕਦੇ, ਕਮ ਸੇ ਕਮ ਸਾਡੇ ਘਰ ਕਣਕ ਤੇ ਪਹੁੰਚਾ ਸਕਦੇ ਹੀ ਨਾ, ਵੀ ਰਾਸ਼ਨ ਚੱਲ ਜੇ ਉਹਨਾਂ ਘਰ, ਥੋੜ੍ਹੀ ਜਿਹੀ ਹੈਲਪ ਹੋ ਜਾਂਦੀ ਆ, ਪਰ ਨਹੀਂ, ਕੁਛ ਨਹੀਂ। ਕੀ ਫਿਰ ਤੁਸੀਂ ਆਪਣੇ ਵੱਲੋਂ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ? ਜਿਹੜੀਆਂ ਸਰਕਾਰਾਂ ਦਾਅਵੇ ਠੋਕਦੀਆਂ ਨੇ ਕਿ ਅਸੀਂ ਹਰ ਤਰ੍ਹਾਂ ਦੀਆਂ ਸਕੀਮਾਂ ਦੇ ਰਹੇ ਹਾਂ, ਜਾਂ ਫਿਰ ਸਮਾਜ ਸੇਵੀ ਸੰਸਥਾਵਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਮੈਂ ਬਸ ਉਹਨਾਂ ਨੂੰ ਇੱਕੋ ਅਪੀਲ ਕਰਨਾ ਚਾਹੂੰਗੀ ਕਿ ਬਸ ਮੇਰੇ ਡੈਡ ਦਾ ਇਲਾਜ ਕਰਾ ਦੇਣ ਕਿਸੇ ਵੀ ਤਰੀਕੇ ਨਾਲ, ਹੋਰ ਮੈਂ ਉਹਨਾਂ ਨੂੰ ਕੁਛ ਨਹੀਂ ਕਹਿਣਾ ਚਾਹੁੰਦੀ। ਬਿਲਕੁਲ, ਕੇਵਲ ਤੇ ਕੇਵਲ ਇਸ ਧੀ ਦਾ ਇਹੀ ਮੰਗ ਹੈ ਕਿ ਪਿਤਾ ਦਾ ਇਲਾਜ ਹੋ ਜਾਵੇ। ਰਫੀਕ ਇੱਥੇ ਖੁਦ ਦੇਖ ਲਿਓ ਤੁਸੀਂ ਕੀ ਹਾਲਾਤ ਬਣੇ ਹੋਏ ਨੇ। ਰਿਕਸ਼ਾ ਚਲਾ ਕੇ ਪਹਿਲਾਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ, ਪਤਨੀ ਸਾਥ ਛੱਡ ਚੁੱਕੀ ਹੈ, ਤੇ ਜਿਹੜੇ 2 ਪੁੱਤਰਾਂ ਤੇ ਆਸ ਸੀ, ਉਮੀਦ ਸੀ, ਉਹ ਵੀ ਇਸ ਲਾਈਨ ਤੇ ਜਾ ਚੁੱਕੇ ਨੇ ਕਿ ਉਹ ਇਹਨਾਂ ਦੀ ਉਹਨਾਂ ਆਸਾਂ, ਉਹਨਾਂ ਉਮੀਦਾਂ ਉੱਤੇ ਖੜੇ ਉਤਰਦੇ ਦਿਖਾਈ ਨਹੀਂ ਦੇ ਰਹੇ। ਰਫੀਕ ਜੀ, ਕੀ ਹਾਲਾਤ ਨੇ ਇਸ ਵੇਲੇ? ਹਾਲ ਕੀ ਹੈ ਪਹਿਲਾਂ ਇਹ ਦੱਸੋ ਤੁਸੀਂ। ਹਾਲ ਜੀ ਬਹੁਤ ਮਾੜਾ ਜੀ, ਮੇਰਾ ਬਹੁਤ ਜ਼ਿਆਦਾ ਹਾਲਾਤ ਮਾੜਾ। ਮੈਨੂੰ ਬੱਚਿਆਂ ਦੀ ਆਸ ਸੀ, ਉਹ ਵੀ ਅੰਬਲੀ ਹੋ ਚੁੱਕੇ ਨੇ, ਉਹਨਾਂ ਦਾ ਆਸਰਾ ਟੁੱਟ ਗਿਆ। ਮੈਨੂੰ ਇਹੋ ਆਸ ਹੋਈ ਮੇਰੇ ਵੀਰ ਭਰਾ ਮੇਰੀ ਮਦਦ ਕਰਨ, ਮੇਰਾ ਇਲਾਜ ਕਰਨ, ਮੈਂ ਆਪਣਾ ਰਿਕਸ਼ਾ ਚਲਾਵਾਂ, ਮੈਂ ਆਪਣੀ ਕੁੜੀ ਨੂੰ ਵਿਆਹਾਂ ਤੇ ਆਪਣੇ ਘਰ ਜਾਵੇ, ਉਸ ਤੋਂ ਬਾਅਦ ਭਾਵੇਂ ਮੈਂ ਮਰ ਵੀ ਜਾਵਾਂ, ਕੋਈ ਦਿੱਕਤ ਨਹੀਂ। ਪਤਨੀ ਕਦੋਂ ਸਾਥ ਛੱਡ ਗਈ? ਪਤਨੀ ਕੁੜੀ 1.5 ਸਾਲ ਦੀ ਜਦੋਂ ਨਹੀਂ ਸਾਥ ਛੱਡ ਗਈ। ਬਹੁਤ ਲੋਕਾਂ ਕਿਹਾ ਮੈਨੂੰ ਹੋਰ ਵਿਆਹ ਕਰਵਾ ਲਾ, ਕਿ ਅਜੇ ਤੇਰੀ ਉਮਰ ਕੱਖ ਨਹੀਂ। ਮੈਂ ਵੀ ਨਹੀਂ, ਜੋ ਰੱਬ ਨੇ ਕਰਤਾ ਠੀਕ ਕਰਤਾ, ਮੈਂ ਆਪਣੇ ਬੱਚੇ ਪਾਲ ਕੇ ਗੁਜ਼ਾਰਾ ਕਰ ਲੂੰ। ਰਕਸ਼ਾ ਦਾ ਤੇ ਪੁੱਤਰਾਂ ਦਾ ਚਲੋ ਤੁਹਾਨੂੰ ਦੁੱਖ ਹੈ ਹੀ ਹੈ ਕਿ ਉਹ ਗਲਤ ਰਸਤੇ ਤੇ ਚੱਲ ਪਏ ਨੇ, ਨਸ਼ੇ ਵਾਲੇ ਪਾਸੇ ਪੈ ਗਏ ਨੇ, ਘਰ ਦਾ ਸਾਰਾ ਸਮਾਨ ਉਹਨਾਂ ਨੇ ਵੇਚ ਦਿੱਤਾ। ਪਰ ਜੇ ਵੇਖਿਆ ਜਾਵੇ ਜਿਸ ਤਰੀਕੇ ਨਾਲ ਤੁਹਾਡੀ ਧੀ ਤੁਹਾਡਾ ਸਾਥ ਦਿੰਦੀ ਹੈ, ਧੀ ਨੂੰ ਲੈ ਕੇ ਕੀ ਮਨ ਚਾਹੁੰਦਾ? ਮਨ 'ਚ ਬਹੁਤ ਔਖਾ ਹੁੰਦਾ ਜੀ, ਜਦੋਂ ਮੇਰੇ ਕੋਲ ਪਿੱਠੀ ਤੋਂ ਨਾ ਮੇਰਾ ਰੋਣ ਨਿਕਲਦਾ ਵੀ ਇਸ ਵਕਤ ਮੈਨੂੰ ਕਿੱਡੀ ਸ਼ਰਮ ਵਾਲੀ ਗੱਲ, ਮੇਰੀ ਜਵਾਨ ਲਟ ਗਈ, ਮੇਰੀ ਹੱਥ ਧੋ ਰਹੀ ਆ। ਪਰ ਨਹੀਂ, ਮੇਰੀ ਕੁੜੀ ਨੇ ਫੀਲ ਕੀਤਾ ਨਹੀਂ ਡੈਡੀ ਜੇ ਤੂੰ ਮੇਰੀ ਧੋ ਸਕਦਾ ਤੇ ਹੁਣ ਮੈਂ ਧੋ ਦਿੰਦੀ। ਤੇ ਪੁੱਤਰਾਂ ਨਾਲ ਨਹੀਂ ਗੱਲਬਾਤ ਹੋਈ? ਪੁੱਤਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ, ਜਾਂ ਉਹਨਾਂ ਨੇ ਸਮਝਿਆ ਨਹੀਂ ਕੀ ਦੁੱਖ ਆ ਘਰ ਦਾ, ਜਾਂ ਤੁਹਾਡਾ ਕੀ ਦੁੱਖ? ਬਹੁਤ ਸਮਝਾਇਆ ਜੀ, ਉਸ ਵਕਤ ਤੇ ਕਹਿੰਦੇ ਡੈਡੀ ਨਹੀਂ ਕਰਦੇ, ਪਰ ਨਹੀਂ, ਉਹ ਨਸ਼ਾ ਇਹੋ ਜਿਹਾ ਲੱਗ ਚੁੱਕਾ ਕਿ ਉਹ ਨਸ਼ਾ ਕਰਕੇ ਹੀ ਰਹਿੰਦੇ ਨੇ।
ਜੋ ਵੀ ਜਿੱਦਾਂ ਬਾਹਰ ਮੂਰੇ ਜਿੱਦਾਂ ਜਿਹੜੇ ਤੇ ਜਾਂਦੇ ਆਪਣੇ ਜੋ ਕਰਦੇ ਨੇ, ਸਾਨੂੰ ਕਦੇ 5 ਰੁਪਏ ਨਹੀਂ ਦਿੱਤੇ, ਸਗੋਂ ਕੋਲੋਂ ਜਿੱਦਾਂ ਕੋਈ ਦੇ ਦੂ ਜਾਂਦਾ ਉਦਾਂ ਚੋਰੀ ਕੱਢ ਕੇ ਘਰੋਂ ਲੈ ਜਾਂਦੇ ਨੇ। ਬਹੁਤ ਕਿੰਨਾ ਕੋ ਇਲਾਜ ਤੁਹਾਡਾ ਦੱਸਿਆ ਡਾਕਟਰਾਂ ਨੇ, ਕਿੰਨੇ ਕੋ ਪੈਸਿਆਂ 'ਚ ਤੁਹਾਡਾ ਇਲਾਜ ਹੋ ਸਕਦਾ? ਇਲਾਜ ਤਾਂ ਬਹੁਤ ਮਹਿੰਗਾ ਦੱਸਿਆ ਜੀ, ਇਲਾਜ ਤਾਂ 2-2.5 ਲੱਖ ਰੁਪਏ ਦਾ ਇਹਨਾਂ ਨੇ ਦੱਸਿਆ ਹੈ ਬਿਆਸ ਵਾਲਿਆਂ ਵੀ ਹੋਟੀਆਂ ਹਸਪਤਾਲ ਚਲ ਜਾ। ਗੁਰੂ ਨਾਨਕ ਹਸਪਤਾਲ ਵੱਲ ਗਿਆ ਹਾਂ, ਉਹਨਾਂ ਦਾਖਲ ਨਹੀਂ ਕੀਤਾ, ਉਹਨਾਂ ਵੀ ਹੋਟੀਆਂ ਜਾ, ਤੇ ਹੋਟੀਆਂ ਮੰਗਿਆ ਹੀ ਨਹੀਂ, ਪੈਸੇ ਨਹੀਂ, ਖਰਚਾ ਨਹੀਂ, ਖਰਚੇ ਤੋਂ ਡਰਦਾ ਮੈਂ ਨਹੀਂ ਗਿਆ। ਮੈਂ ਫਿਰ ਧਾਰੀਵਾਲ ਕੋਲ ਤ੍ਰਿਜਾ ਨਗਰ ਪਿੰਡ 800 ਰੁਪਇਆ ਆਟੋ ਕਰਾ ਕੇ ਨਾਲ ਦੇ ਸੋਚ ਪਈ ਆ, ਤੁਰਿਆ ਨਹੀਂ ਜਾਂਦਾ, ਬੱਸੇ ਨਹੀਂ, ਮੇਰੀ ਕੁੜੀ ਨਾਲ ਜਾਂਦੀ ਆ, ਤੇ ਉੱਥੋਂ 600-700 ਦੀ ਦਵਾਈ ਲੈ ਆਈ ਦੀ ਆ 10 ਦਿਨ, ਉਹਦਾ ਗੁਜ਼ਾਰਾ ਕਰੀਦਾ। ਕੁਝ ਲੋਕ ਤੇ ਇਹੋ ਜਾਂਦੇ ਆਂਢੀ ਗੁਆਂਢੀ ਜੱਟ ਜੁੱਟ ਦੇ ਜਾਂਦੇ ਨੇ, ਜਿਨ੍ਹਾਂ ਨੂੰ ਪਤਾ ਲੱਗਦਾ ਵੀ ਬਿਮਾਰ ਆ, 100-200 ਰੁਪਇਆ 100-200 ਕੋਈ ਦੇ ਜਾਂਦਾ, ਤੇ ਉਹਦਾ ਗੁਜ਼ਾਰਾ ਡੇ ਕਰਨ। ਕੋਈ ਸਰਕਾਰੀ ਮਦਦ ਨਹੀਂ ਹੋ ਪਾਈ ਤੁਹਾਡੀ? ਨਾ ਜੀ, ਕੋਈ ਸਰਕਾਰੀ ਨਹੀਂ। ਮੈਂ ਕਾਰਡ ਵੀ ਦਿੱਤਾ 5 ਲੱਖ ਵਾਲਾ ਵੀ, ਚਲੋ ਆਂਦੇ 5 ਲੱਖ ਵਾਲਾ ਕਾਰਡ ਤੇ ਇਲਾਜ ਹੋ ਸਕਦਾ ਆ, ਉਹ ਵੀ ਨਹੀਂ ਬਣਿਆ। ਨਾ ਦੂਜਾ ਲਾ ਕਾਰਡ ਕਣਕ ਵਾਲਾ, ਅੱਜ ਤੱਕ ਕੋਈ ਕਣਕ ਨਹੀਂ ਮਿਲੀ ਮੈਨੂੰ ਸਰਕਾਰ ਵੱਲੋਂ। ਜੀ ਬਿਲਕੁਲ, ਇਹ ਪਿਓ ਧੀ ਰਫੀਕ ਤੇ ਉਹਨਾਂ ਦੀ ਬੇਟੀ ਮੀਨੂ, ਜੋ ਕਿ ਆਪਣੇ ਘਰ ਨੂੰ ਕਿਸੇ ਨਾ ਕਿਸੇ ਤਰੀਕੇ ਚਲਾ ਰਹੇ ਹਨ, ਪਰ ਘਰ ਦਾ ਮਾੜਾ ਦੌਰ ਉਦੋਂ ਸ਼ੁਰੂ ਹੋ ਗਿਆ ਜਦੋਂ ਘਰ ਦੇ 2 ਜਵਾਨ ਪੁੱਤਰ ਨਸ਼ੇ ਦੇ ਆਦੀ ਹੋ ਗਏ, ਨਸ਼ੇ ਦੇ ਰਾਹ 'ਤੇ ਚੱਲ ਪਏ। ਤਾਂ ਘਰ ਤਾਂ ਉਜੜਿਆ ਹੀ, ਪਰ ਨਾਲ ਦੀ ਨਾਲ ਹੀ ਪਿਤਾ ਰਫੀਕ ਵੀ ਬਿਮਾਰੀ ਦੀ ਘੇੜੇ 'ਚ ਆ ਗਿਆ। ਚਿੰਤਾ ਨੇ ਖਾ ਲਿਆ ਕਹਿ ਲਈਏ, ਜਾਂ ਫਿਰ ਪੁੱਤਰਾਂ ਦੀ ਚਿੰਤਾ ਨੇ ਖਾ ਲਿਆ। ਹਾਲਾਤ ਇਹ ਹਨ ਕਿ ਦਵਾਈ ਦੇ ਵਾਸਤੇ ਵੀ ਪੈਸੇ ਨਹੀਂ ਹਨ। ਘਰ ਦੇ ਹਾਲਾਤ ਤੁਸੀਂ ਖੁਦ ਹੀ ਦੇਖ ਲਏ ਹਨ। ਬੇਟੀ ਜ਼ਰੂਰ ਸਾਥ ਦਿੰਦੀ ਦਿਖਾਈ ਦੇ ਰਹੀ ਹੈ ਤੇ ਅਪੀਲ ਵੀ ਕਰ ਰਹੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ, ਉਸ ਦੇ ਪਿਤਾ ਦਾ ਇਲਾਜ ਕਰਵਾਇਆ ਜਾਵੇ। ਕੁਝ ਲੋਕ ਵੀ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਚੱਲ ਕੇ ਗੱਲਬਾਤ ਕਰ ਲੈਂਦੇ, ਪਿੰਡ ਦੇ ਹੀ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ। ਵੀਰ ਜੀ, ਕਿਸ ਤਰੀਕੇ ਨਾਲ ਦੇਖਦੇ ਹੋ, ਕੀ ਹਾਲਾਤ ਤੁਹਾਨੂੰ ਲੱਗਦੇ ਇਸ ਘਰ ਦੇ? ਬਹੁਤ ਮਾੜੀ ਭਾਜੀ, ਬਹੁਤ ਮਾੜੇ ਭਾਜੀ ਹਾਲਾਤ ਪੁੱਛ ਰਹਿੰਦੇ, ਇਹਨਾਂ ਦੀ ਮਦਦ ਕਰਨੀ ਚਾਹੀਦੀ ਵੱਧ ਤੋਂ ਵੱਧ ਭਾਜੀ। ਹਾਂਜੀ, ਜਿਸ ਤਰ੍ਹਾਂ ਕਹਿੰਦੇ ਨੇ ਕਿ ਪਿੰਡ ਵਾਲੇ ਵੀ, ਆਂਢ ਗੁਆਂਢ ਵੀ ਇਹਨਾਂ ਦੀ ਮਦਦ ਕਰਦਾ ਹੈ, ਤੁਹਾਨੂੰ ਲੱਗਦਾ ਕਿ 2 ਪੁੱਤਰ ਏਡੇ ਜਵਾਨ ਨੇ, ਉਹਨਾਂ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ? ਹਾਂਜੀ, ਉਹ ਭਾਈ ਦੇਣਾ ਚਾਹੀਦਾ, ਪਰ ਨਸ਼ੇ ਦੇ ਵਿੱਚ ਵਿਚਾਰੇ ਡੁੱਬੇ ਬਹੁਤ। ਕਿੱਥੋਂ ਆ ਰਿਹਾ ਨਸ਼ਾ ਇੱਥੇ? ਇਹ ਭਾਜੀ ਇਦਾਂ ਹੀ ਪਿੰਡ ਦੀ ਸਪਲਾਈ ਕੋਈ ਬਾਹਰੋਂ ਕਰਦੇ ਕੋਈ। ਹਾਂਜੀ ਬਿਲਕੁਲ, ਹਾਲਾਤ ਤੁਸੀਂ ਦੇਖੇ, ਹੋਰ ਵੀ ਇੱਥੇ ਬੈਠੇ ਨੇ, ਉਹਨਾਂ ਨਾਲ ਗੱਲ ਕਰ ਲੈਣੇ। ਭੈਣ ਜੀ, ਕੀ ਕਹਿਣਾ ਚਾਹੋਗੇ ਇਹਨਾਂ ਦੇ ਘਰ ਦੇ ਹਾਲਾਤ ਨੂੰ ਲੈ ਕੇ, ਜਾਂ ਇਹਨਾਂ ਦੇ ਹਾਲਾਤ? ਭਾਜੀ ਮੈਂ ਤੇ ਨਾ ਇਹਨਾਂ ਬਾਰੇ ਬਹੁਤ ਜ਼ਿਆਦਾ, ਇਹਨੂੰ ਕੁੜੀ ਨੂੰ ਚੋਰੀ ਮੇਰੇ ਤੋਂ ਬਾਅਦ ਪੁੱਛ ਸਕਦੇ ਜੇ। ਮੈਂ ਜਿੰਨਾ ਇਹਨਾਂ ਬੱਚਿਆਂ ਨਾਲ ਖਪ ਰਹੀ ਹਾਂ ਨਾ, ਬਹੁਤ ਜ਼ਿਆਦਾ ਇਦਾਂ ਮਾਂ ਵੀ ਨਹੀਂ ਕਰਦੀ ਜਿਸ ਤਰ੍ਹਾਂ ਮੈਂ ਇਹਨਾਂ ਨਾਲ ਕਰ ਰਹੀ ਹਾਂ। ਮੈਨੂੰ ਬਹੁਤ ਇਹਨਾਂ ਵੱਲ ਵੇਖ ਕੇ ਪਰੇਸ਼ਾਨੀ ਹੁੰਦੀ। ਮੇਰਾ ਇਹ ਜੇਠ ਲੱਗਦਾ ਵਾ, ਮੇਰੇ ਘਰ ਵਾਲੀ ਦਾ ਮਾਸੀ ਦਾ ਪੁੱਤਰ ਵਾ, ਤੇ ਬਹੁਤ ਦੁਖੀ ਆਏ। ਕਦੀ ਬੱਚਿਆਂ ਨੂੰ, ਇਹਨਾਂ ਦੇ ਬੇਟੀਆਂ ਨੂੰ ਜਾਂ ਇਹਨਾਂ ਦੇ ਪੁੱਤਰਾਂ ਨੂੰ ਨਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ? ਬਹੁਤ ਜ਼ਿਆਦਾ ਮੈਂ ਸਮਝਾਉਣੀ ਆ, ਇੰਨਾ ਸਮਝਾਉਣੀ ਆ। ਇਹਨੂੰ ਬੱਚੀ ਨੂੰ ਮੇਰੇ ਤੋਂ ਬਾਅਦ ਵਿੱਚ ਵੀ ਪੁੱਛ ਸਕਦੇ ਤੁਸੀਂ ਵੀ ਇਹ ਜਨਾਨੀ ਝੂਠ ਮਾਰ ਕੇ ਗਈ ਕਿ ਸੱਚੀ ਗੱਲ ਵਾ। ਮੈਂ ਬਹੁਤ ਜ਼ਿਆਦਾ ਸਮਝਾਉਣੀ ਆ ਮੇਰੀ, ਪਰ ਮੰਨਦੇ ਨਹੀਂ ਆ। ਮੈਨੂੰ ਉਦੋਂ ਕਹਿ ਦਿੰਦੇ ਆ ਵੱਡੀ ਮੰਮੀ ਨਹੀਂ ਅੱਜ ਬਸ ਅੱਜ ਕਰ ਲਿਆ, ਮੁੜ ਕੇ ਨਹੀਂ ਏਦਾਂ ਕਰਨਾ। ਇਹਨਾਂ ਨੂੰ ਦੋਵਾਂ ਪਿਓ ਧੀ ਨੂੰ ਬਹੁਤ ਜ਼ਿਆਦਾ ਸਤਾਉਂਦੇ ਆ। ਇਹ ਬੱਚੀ ਦੇ ਕੋਲ ਫੋਨ ਇਸ ਤਰ੍ਹਾਂ ਮਾੜਾ ਜਿਹਾ ਹੈਗਾ ਵਾ, ਉਹਦੇ ਕੋਲੋਂ ਵੀ ਖੋਂਦੇ ਆ, ਕਹਿੰਦੇ ਜੇ ਤੂੰ ਫੋਨ ਨਾ ਦਿੱਤਾ ਤਾਂ ਅਸੀਂ ਇਹ ਫੋਨ ਲੈ ਕੇ ਵੇਚ ਦੇਣਾ ਵਾ। ਤੇ ਇਹ ਵਿਚਾਰੀ ਮਗਰ ਸਦਾਈਆਂ ਵਾਂਗੂ ਫੇਰਦੀ ਆ। ਬਿਲਕੁਲ, ਇਹ ਰਿਸ਼ਤੇਦਾਰ ਨੇ ਜੋ ਇਹਨਾਂ ਦੇ ਨਾਲ ਹੀ ਇੱਥੇ ਗੁਆਂਢ 'ਚ ਰਹਿੰਦੇ ਨੇ, ਪਰ ਇਹਨਾਂ ਦੀ ਕਿਤੇ ਨਾ ਕਿਤੇ ਮਦਦ ਜ਼ਰੂਰ ਕਰਦੇ ਨੇ। ਪਰ ਦੁੱਖ ਵੀ ਹੈ ਇਹਨਾਂ ਨੂੰ, ਇਹਨਾਂ ਦੇ ਘਰ ਦੇ ਹਾਲਾਤ ਦੇਖ ਕੇ। ਕੁਝ ਹੋਰ ਵੀ ਲੋਕ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰ ਲੈਣੇ। ਵੀਰ ਜੀ, ਕੀ ਹਾਲਾਤ ਤੁਹਾਨੂੰ ਲੱਗਦੇ ਇਸ ਘਰ ਦੇ? ਹਾਲਾਤ ਜੀ ਇਹ ਘਰ ਦੇ ਵਿਚਾਰਿਆਂ ਦੇ ਬਹੁਤ ਮਾੜੇ ਹੋਏ ਪਏ ਨੇ, ਇੰਨੇ ਹਾਲਾਤ ਮਾੜੇ ਪਏ ਆ। ਹੁਣ ਦਾਦ ਦਾ ਕੰਮ ਨਹੀਂ ਕਰਨ ਦੀ, ਹੁਣ ਇਹ ਵਿਚਾਰਾ ਬਿਮਾਰ ਪੈ ਗਿਆ ਵਾ। ਇਸ ਕਾਰਨ ਕਰਕੇ ਇਹਦੀ ਤੇ ਖਲਫੀ ਚਾਹੀਦੀ ਜਿੰਨੀ ਵੀ ਹੋ ਸਕੇ। ਤੇ ਪਹਿਲ ਕੋਈ ਨਹੀਂ ਸੋਚਣ ਦੇ ਪੁੱਤਰ ਤੇ, ਬਿਲਕੁਲ ਦਿਮਾਗ 'ਚ ਨਹੀਂ ਮਾਸਾ ਵੀ ਖਿਆਲ ਆਉਂਦਾ ਸਾਡਾ ਪਿਓ ਬਿਮਾਰ ਪਿਆ ਵਾ, ਇਹਦੇ ਵਾਸਤੇ ਕੁਝ ਵੀ ਕਰ ਦਈਏ। ਭੈਣ ਜਵਾਨ ਵਾ, ਭੈਣ ਵੱਲ ਵੀ ਮਾਸਾ ਧਿਆਨ ਹੀ ਨਹੀਂ ਦਿੰਦੇ, ਜਾਂ ਇਹਨੂੰ ਸਾਦੀ ਸੁਦਾ ਵੀ ਕਿਤੇ ਕਰਨਾ ਜਾਂ ਨਹੀਂ ਕਰਨਾ। ਬਸ ਆਪਣੀ ਕਰਦੇ, ਆਪਣੀ ਬਸ ਖਾ ਪੀ ਜਾਂਦਾ ਜੋ ਵੀ ਕਰਦੇ, ਨਾ ਘਰ ਹੀ ਕਿਸੇ ਵੇਲੇ ਵੜਦੇ ਹੀ ਨਹੀਂ। ਬਸ ਇਹੋ ਦੋਵੇਂ ਆ, ਧੀ ਆ ਜਿਹੜੀ ਇਹਦਾ ਸਾਥ ਦੇਣ ਦੀ। ਜੀ ਬਿਲਕੁਲ, ਇਸ ਘਰ ਦੇ ਵਿੱਚ ਉਹ ਕਹਾਵਤ ਸੱਚ ਹੁੰਦੀ ਨਜ਼ਰ ਆ ਰਹੀ ਹੈ ਕਿ ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ। ਇਹ ਮੀਨੂ, ਇਸ ਘਰ ਦੀ ਧੀ, ਇਸ ਘਰ ਦੀ ਬੇਟੀ, ਆਪਣੇ ਬਾਪ ਦੀ
ਸੇਵਾ ਕਰ ਰਹੀ ਹੈ, ਉਸ ਨੂੰ ਸੰਭਾਲ ਰਹੀ ਹੈ, ਘਰ ਨੂੰ ਵੀ ਸੰਭਾਲ ਰਹੀ ਹੈ। ਆਪਣੀ ਪੜ੍ਹਾਈ ਇਹਦੀ ਰੁਕ ਚੁੱਕੀ ਹੈ, ਪਰ ਕਿਤੇ ਨਾ ਕਿਤੇ ਫਿਰ ਵੀ ਘਰ ਦੇ ਜੋ ਹਾਲਾਤ ਨੇ ਉਹਨਾਂ ਨੂੰ ਪਿੱਛੇ ਪਾਉਂਦਿਆਂ ਹੋਇਆਂ ਇੱਕ ਹੀ ਅਪੀਲ ਕਰ ਰਹੀ ਹੈ ਕਿ ਉਸ ਦੇ ਬਾਪ ਦੀ ਯਾਨੀ ਕਿ ਰਫੀਕ ਦਾ ਇਲਾਜ ਹੋ ਪਾਵੇ ਤਾਂ ਉਹ ਬਿਮਾਰੀ ਤੋਂ ਉੱਠ ਕੇ ਫਿਰ ਆਪਣੇ ਘਰ ਦਾ ਖਰਚਾ ਆਪਣੇ ਸਿਰ ਤੇ ਚੁੱਕ ਪਾਵੇ। ਹਾਲਾਤ ਇਹ ਬਣ ਚੁੱਕੇ ਹਨ ਜ਼ਿੰਦਗੀ ਦੇ ਜਾਂ ਕਹਿ ਲਈਏ ਸਾਡੇ ਸਮਾਜ ਦੇ ਕਿ ਜਿੱਥੇ ਨਸ਼ਾ ਜੋ ਹੈ ਉਹ ਘਰਾਂ ਦੇ ਘਰ ਉਜਾੜਦਾ ਦਿਖਾਈ ਦੇ ਰਿਹਾ ਹੈ। ਜ਼ਰੂਰਤ ਹੈ ਐਸੇ ਪਰਿਵਾਰਾਂ ਦੀ ਮਦਦ ਕਰਨ ਦੀ, ਅੱਗੇ ਆਉਣ ਦੀ, ਤਾਂ ਕਿ ਇਹ ਬੇਟੀ ਜੋ ਆਪਣੇ ਬਾਪ ਦੀ ਜੀਵਨ ਦੀ ਅਪੀਲ ਕਰ ਰਹੀ ਹੈ ਉਹ ਆਪਣੇ ਬਾਪ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਜਿਉਂਦਾ ਦੇਖ ਸਕੇ। ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਭੋਪਾਲ ਸਿੰਘ, ਲਿਵਿੰਗ ਇੰਡੀਆ ਨਿਊਜ਼, ਗੁਰਦਾਸਪੁਰ। क्या कमाल है। निरंतर शोध, अति उत्तम क्वालिटी बहुत बढ़िया। और इसका स्वाद आपके व्यंजनों को और भी अधिक स्वादिष्ट बनाए। देगी मिर्च का तड़का, अंग अंग फड़का, MDH की देगी मिर्च।